ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 7ਵੇਂ ਵਿੱਚ ਅੱਜ ਆਪਾਂ ਬਿਸ਼ਨ ਸਿੰਘ ਰਾਜੇ ਦੀ ਹੋਰ ਮੁਸੀਬਤਾਂ ਤੋਂ ਗੁਰੂ ਜੀ ਦੁਆਰਾ ਰੱਖਿਆ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਰਾਜਾ ਬਿਸ਼ਨ ਸਿੰਘ ਨੂੰ ਧੀਰਜ ਦਿੱਤਾ ਅਤੇ ਕਿਹਾ, ਜੇ ਮੇਰਾ ਕਿਹਾ ਮੰਨੋਗੇ ਤਾਂ ਕੋਈ ਵੀ ਵਿਘਨ ਨਹੀਂ ਪਵੇਗਾ, ਤੁਸੀਂ ਕਾਮਰੂਪ ਦੇਸ਼ ਨੂੰ ਫਤਿਹ ਕਰ ਲਓਗੇ। ਸਤਿਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਨੇ ਧੀਰਜ ਧਾਰਨ ਕੀਤਾ। ਹੱਥ ਜੋੜ ਕੇ ਮਨ ਵਿੱਚ ਦੀਨ ਹੋ ਕੇ ਗੁਰੂ ਜੀ ਦੀ ਰਸੀਲੀ ਕੀਰਤੀ ਕਰਦਾ ਸੀ। ਹੇ ਪ੍ਰਭੂ ਜੀ, ਐਸਾ ਕੋਈ ਕਾਰਜ ਨਹੀਂ ਹੈ ਜਿਹੜਾ ਆਪ ਜੀ ਦੀ ਸ਼ਰਨ ਵਿੱਚ ਪੈਣ ਨਾਲ ਨਹੀਂ ਹੋ ਸਕਦਾ। ਮੈਨੂੰ ਤੁਸੀਂ ਪ੍ਰਾਣ ਦਾਨ ਦਿੱਤੇ ਹਨ, ਮੈਂ ਕਾਮਰੂਪ ਦੇਸ਼ ਜਿੱਤ ਲਵਾਂਗਾ, ਨਹੀਂ ਤਾਂ ਮੇਰਾ ਵਿਨਾਸ਼ ਹੋ ਜਾਂਦਾ। ਮੈਂ ਜੀਵਨ ਦੀ ਕੋਈ ਆਸ ਨਹੀਂ ਰੱਖੀ ਸੀ। ਬਹੁਤਿਆਂ ਪਾਸੋਂ ਆਪ ਜੀ ਦਾ ਮਹਾਨ ਜਸ ਸੁਣ ਕੇ ਆਪਣੇ ਮਨ ਦਾ ਹੰਕਾਰ ਛੱਡ ਕੇ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ। ਉਸ ਦਿਨ ਤੋਂ ਪਿੱਛੋਂ ਵੱਡੇ ਛੋਟੇ ਸਾਰੇ ਗੁਰੂ ਜੀ ਦੇ ਬਚਨ ਮੰਨਦੇ ਸਨ ਅਤੇ ਕੋਈ ਵੀ ਮੋੜਦਾ ਨਹੀਂ ਸੀ। ਦੋਵਾਂ ਕਿਨਾਰਿਆਂ 'ਤੇ ਦੋਵਾਂ ਫੌਜਾਂ ਦਾ ਡੇਰਾ ਸੀ। ਫਿਰ ਲੰਮੇ ਸਮੇਂ ਤੱਕ ਇਹ ਡੇਰੇ ਪਏ ਰਹੇ। ਕਾਮਰੂਪ ਵਾਲੇ ਮੰਤਰ ਜੰਤਰ ਪੜ੍ਹਦੇ ਸਨ ਅਤੇ ਪ੍ਰੇਤਾਂ ਨੂੰ ਬੁਲਾਉਂਦੇ ਸਨ, ਹੋਰ ਅਨੇਕ ਪ੍ਰਕਾਰ ਦੇ ਯਤਨ ਕਰਦੇ ਸਨ। ਬਿਸ਼ਨ ਸਿੰਘ ਨੂੰ ਮਾਰਨ ਵਾਸਤੇ ਅਨੇਕ ਪ੍ਰਕਾਰ ਦੇ ਉਹਨਾਂ ਨੇ ਉਪਚਾਰ ਕੀਤੇ। ਬਹੁਤ ਕੁਝ ਰਾਜੇ ਦੇ ਪਾਸ ਭੇਜਦੇ ਸਨ, ਪਰ ਸਤਿਗੁਰੂ ਜੀ ਹੱਥ ਦੇ ਕੇ ਬਚਾ ਲੈਂਦੇ ਸਨ। ਜੰਤਰਾਂ ਮੰਤਰਾਂ ਦੀ ਸ਼ਕਤੀ ਨਹੀਂ ਸੀ ਚੱਲਦੀ, ਜਿਹੜੀ ਸ਼ਕਤੀ ਕਰਾਮਾਤ ਵਾਲਿਆਂ ਨੂੰ ਵੀ ਖਪਾ ਸਕਦੀ ਸੀ। ਮਹਾਪਰਬਲ ਸ਼ਕਤੀਆਂ ਜੋ ਮੋੜਿਆਂ ਵੀ ਮੁੜਦੀਆਂ ਨਹੀਂ ਸਨ, ਜਿਨ੍ਹਾਂ ਅੱਗੇ ਵੱਡੇ ਵੱਡੇ ਬਲਵਾਨ ਨੱਸ ਜਾਂਦੇ ਸਨ, ਆਦ ਵਿਆਦ ਅਤੇ ਉਪਾਦ ਪ੍ਰਗਟ ਕਰਦੇ ਸਨ। ਕਈ ਦਿਨ ਬੈਠ ਬੈਠ ਕੇ ਸ਼ਕਤੀ ਸਾਧਦੇ ਰਹਿੰਦੇ ਸਨ, ਪਰ ਰਾਜੇ ਦਾ ਵਾਲ ਵੀ ਵਿੰਗਾ ਨਾ ਹੋਇਆ। ਉਸਨੂੰ ਕਿਸੇ ਮੰਤਰ ਦਾ ਵੀ ਸੇਕ ਨਾ ਲੱਗਾ। ਕਈ ਮੰਤਰ ਮਨੁੱਖਾਂ ਨੂੰ ਪਾਗਲ ਕਰ ਦਿੰਦੇ ਸਨ ਅਤੇ ਤਨ ਆਦਿ ਦੀ ਸਾਰੀ ਸੁੱਧ ਬੁੱਧ ਦੂਰ ਕਰ ਦਿੰਦੇ ਸਨ। ਮੰਤਰ ਪੜ੍ਹ ਕੇ ਸਰੀਰ ਦੇ ਅੰਗਾਂ ਨੂੰ ਵੱਖਰਾ ਵੱਖਰਾ ਕਰਵਾ ਲੈਂਦੇ ਸਨ। ਕਈ ਖੰਭਿਆਂ ਨੂੰ ਸਰੀਰ 'ਤੇ ਧਾਰਨ ਕਰਦੇ ਸਨ, ਕਈ ਸਰੀਰ ਨੂੰ ਪਲਟਾ ਲੈਂਦੇ ਸਨ। ਮਨੁੱਖ ਤੋਂ ਕੁਝ ਹੋਰ ਹੀ ਬਣ ਜਾਂਦੇ ਸਨ। ਕਈ ਜੀਵ ਇਸ ਤਰ੍ਹਾਂ ਰੋਕ ਦਿੰਦੇ ਸਨ ਕਿ ਕੋਈ ਸ਼ਬਦ ਬੋਲਿਆ ਹੀ ਨਹੀਂ ਜਾ ਸਕਦਾ। ਕਈ ਸਾਰੀ ਸ਼ਕਤੀ ਹੀ ਦੂਰ ਕਰ ਦਿੰਦੇ ਸਨ। ਕਿੱਥੋਂ ਤੱਕ ਇਹਨਾਂ ਦੇ ਮੰਤਰਾਂ ਦੀ ਸ਼ਕਤੀ ਬਾਰੇ ਕਹੀਏ। ਕਈ ਤੁਰੰਤ ਪ੍ਰਾਣਾਂ ਦਾ ਨਾਸ਼ ਕਰ ਦਿੰਦੇ ਸਨ, ਪਰ ਉਹਨਾਂ ਵਿੱਚੋਂ ਕੋਈ ਵੀ ਰਾਜੇ ਦੇ ਪਾਸ ਆ ਕੇ ਸਫਲ ਨਾ ਹੋਇਆ। ਜਿਸ ਦੇ ਸਤਿਗੁਰੂ ਜੀ ਰਖਵਾਲੇ ਬਣਦੇ ਹਨ, ਜਿਨ੍ਹਾਂ ਵਰਗਾ ਤਿੰਨਾਂ ਲੋਕਾਂ ਵਿੱਚ ਕੋਈ ਨਹੀਂ ਹੈ। ਤਿਸ ਨੂੰ ਜਾ ਕੇ ਜੇ ਕੋਈ ਵਿਘਨ ਪਾਵੇ ਅਤੇ ਆਪਣਾ ਆ ਕੇ ਪ੍ਰਭਾਵ ਵਿਖਾਵੇ। ਅਨੇਕ ਵਾਰ ਬਹੁਤ ਬਲ ਪਰਖੇ ਹਨ, ਉਹ ਸਾਰੇ ਕਰ ਕਰਕੇ ਹਾਰ ਗਏ। ਕਾਮਰੂਪ ਦੇਸ਼ ਵਿੱਚ ਫਿਰ ਚਿੰਤਾ ਦੀ ਲਹਿਰ ਫੈਲ ਗਈ। ਸਾਰੇ ਮਨੁੱਖਾਂ ਦੇ ਨਾਲ ਰਾਜਾ ਵੀ ਫਿਕਰਮੰਦ ਹੋ ਗਿਆ। ਕੀ ਹੋ ਗਿਆ ਹੈ? ਮੰਤਰਾਂ ਦੀ ਸ਼ਕਤੀ ਚੱਲਦੀ ਨਹੀਂ ਹੈ। ਸਾਰੀਆਂ ਜੁਗਤੀਆਂ ਕਰ ਕਰਕੇ ਹਾਰ ਗਏ ਹਾਂ। ਕੌਣ ਅਜਿਹਾ ਬਲੀ ਹੈ, ਇਸ ਤੋਂ ਇਹ ਸਾਰੇ ਮੰਤਰ ਹਾਰ ਗਏ ਹਨ। ਉਹ ਆਪ ਆਪਣੀ ਸ਼ਕਤੀ ਨਹੀਂ ਵਿਖਾ ਰਿਹਾ ਹੈ। ਕੋਈ ਵੀ ਕਾਰਜ ਸਿੱਧ ਨਹੀਂ ਕਰ ਸਕਦੇ ਹਾਂ। ਬਲੀਆਂ ਦੇ ਕੇ ਪੂਜੇ ਹੋਏ ਸਾਡੇ ਮੰਤਰ ਨਿਸਫਲ ਗਏ ਹਨ। ਫਿਰ ਹੋਰ ਬਹੁਤ ਉਪਾਅ ਕੀਤੇ। ਸਾਰੀਆਂ ਇਸਤਰੀਆਂ ਜਿਨ੍ਹਾਂ ਨੇ ਮੰਤਰ ਧਾਰਨ ਕੀਤੇ ਹੋਏ ਸਨ, ਉਹਨਾਂ ਸਭ ਨੂੰ ਰਾਜੇ ਨੇ ਆਪਣੇ ਪਾਸ ਬੁਲਾਇਆ ਅਤੇ ਉਹਨਾਂ ਨੂੰ ਬਹੁਤ ਧਨ ਦੇ ਕੇ ਕਿਹਾ, ਤੁਸੀਂ ਸਾਰੀਆਂ ਇਕੱਠੀਆਂ ਹੋ ਕੇ ਜਾਓ ਅਤੇ ਆਪਣੇ ਮੰਤਰਾਂ ਦੀ ਸ਼ਕਤੀ ਵਿਖਾਓ। ਜੇ ਤੁਹਾਡੇ ਪਾਸੋਂ ਕੋਈ ਮਰਦ ਨਾ ਵੀ ਮਰੇ ਤਦ ਵੀ ਸ਼ਕਤੀ ਵਿਖਾਓ। ਹਿਰਦੇ ਵਿੱਚ ਡਰ ਪੈਦਾ ਹੋਵੇਗਾ, ਜਿਸ ਤੋਂ ਬਾਦਸ਼ਾਹ ਦੀ ਫੌਜ ਬਹੁਤ ਡਰ ਮੰਨ ਕੇ ਭੱਜ ਜਾਵੇ। ਸੁਣ ਕੇ ਇਸਤਰੀਆਂ ਤਿਆਰ ਹੋ ਗਈਆਂ ਅਤੇ ਉਹਨਾਂ ਨੇ ਆਪੋ ਆਪਣੇ ਮੰਤਰ ਸੰਭਾਲ ਲਏ।
ਧੋਬਣਾ, ਘੁਮਿਆਰੀਆਂ, ਚਮਿਆਰੀਆਂ ਆਦਿ ਜਾਤਾਂ ਦੀਆਂ ਇਸਤਰੀਆਂ ਰਾਜੇ ਦੇ ਕਹਿਣ 'ਤੇ ਸਾਰੀਆਂ ਚੱਲ ਕੇ ਆ ਗਈਆਂ। ਕਿਸੇ ਨੇ ਚੜ੍ਹ ਕੇ ਦੀਵਾਰ ਭਜਾ ਲਈ, ਕੋਈ ਬ੍ਰਿਛ 'ਤੇ ਸਵਾਰ ਹੋ ਕੇ ਚੱਲ ਪਈ, ਕੋਈ ਮੁੱਖ ਤੋਂ ਵਿਸ਼ਾਲ ਅੱਗ ਕੱਢ ਰਹੀ ਸੀ, ਕਿਸੇ ਨੇ ਢੋਲਕ, ਕਿਸੇ ਨੇ ਡਮਰੂ ਫੜਿਆ ਸੀ, ਕੋਈ ਸ਼ੇਰ ਉੱਤੇ ਚੜ੍ਹ ਕੇ ਗੱਜ ਰਹੀ ਸੀ, ਕੋਈ ਭਿਆਨਕ ਰੂਪ ਵਿਖਾਉਂਦੀ ਸੀ, ਕੋਈ ਬਹੁਤ ਸੁੰਦਰ ਬਣ ਠਣ ਕੇ ਆਉਂਦੀ ਸੀ। ਸਾਰੀਆਂ ਆਕਾਸ਼ ਵਿੱਚ ਚੜ੍ਹ ਕੇ ਚਲੀਆਂ ਆਉਂਦੀਆਂ ਸਨ ਤੇ ਫੌਜ ਨੂੰ ਡਰ ਉਤਪੰਨ ਕਰਦੀਆਂ ਸਨ। ਕੋਈ ਵਸ ਨਹੀਂ ਸੀ ਚੱਲਦਾ, ਫੜੀਆਂ ਨਹੀਂ ਸੀ ਜਾਂਦੀਆਂ। ਵੇਖ ਵੇਖ ਕੇ ਮਨੁੱਖ ਡਰਦੇ ਸੀ। ਸਾਰਿਆਂ ਨੇ ਵੱਡਾ ਆਸ਼ਚਰਜ ਮੰਨਿਆ, ਹਿਰਦੇ ਦਾ ਸਾਰਾ ਉਤਸ਼ਾਹ ਗਵਾ ਲਿਆ। ਰਾਜੇ ਬਿਸ਼ਨ ਸਿੰਘ ਨੇ ਵੀ ਬਹੁਤ ਇਸਤਰੀਆਂ ਵੇਖੀਆਂ ਜਿਨ੍ਹਾਂ ਵਿੱਚ ਮੰਤਰਾਂ ਦੀ ਸ਼ਕਤੀ ਸੀ। ਉਸਨੇ ਕਿਹਾ, ਤੋਪਾਂ ਛੱਡੋ ਤੇ ਗੋਲੀਆਂ ਦੇ ਵਾਰ ਕਰਕੇ ਇਹਨਾਂ ਨੂੰ ਜ਼ਖਮੀ ਕਰੋ, ਪਰ ਉਹ ਦੂਰ ਰਹਿਣ, ਨੇੜੇ ਨਾ ਆਉਣ। ਜੇ ਇਹ ਮਰਨਗੀਆਂ ਤਾਂ ਫਿਰ ਸਾਰੀ ਖਬਰ ਪਾਵਾਂਗੇ। ਫਿਰ ਬਹੁਤ ਤੋਪਾਂ ਤਿਆਰ ਕਰਕੇ ਚਲਾਉਣ ਲੱਗੇ ਤੇ ਉੱਚੀ ਆਵਾਜ਼ ਪ੍ਰਗਟ ਹੋਈ। ਜਿੰਨੇ ਵੀ ਗੋਲੇ ਉਹਨਾਂ ਨੂੰ ਮਾਰੇ, ਉਹਨਾਂ ਵਿੱਚੋਂ ਕੋਈ ਵੀ ਉਹਨਾਂ ਦੇ ਨੇੜੇ ਨਾ ਪਹੁੰਚ ਸਕਿਆ। ਕਈ ਅੱਧ ਵਿੱਚ ਹੀ ਡਿੱਗ ਪੈਂਦੇ ਸਨ, ਕਈ ਤੋਪਾਂ ਵਿੱਚ ਹੀ ਅੜੇ ਰਹਿ ਜਾਂਦੇ ਸਨ। ਕਈ ਗੋਲੇ ਅੱਗੋਂ ਵਾਪਸ ਆ ਗਏ ਤੇ ਉਹਨਾਂ ਨੇ ਆ ਕੇ ਕਈ ਯੋਧਿਆਂ ਨੂੰ ਘਾਇਲ ਕਰ ਦਿੱਤਾ, ਪਰ ਉਹਨਾਂ ਨੂੰ ਇੱਕ ਗੋਲਾ ਵੀ ਛੂਹ ਨਾ ਸਕਿਆ। ਉਹ ਇਸਤਰੀਆਂ ਅੱਗੋਂ ਵੇਖ ਕੇ ਹੱਸਦੀਆਂ ਸਨ ਤੇ ਸ਼ੋਰ ਮਚਾਉਂਦੀਆਂ ਸਨ, ਫਿਰ ਫਿਰ ਕੇ ਨੱਚਦੀਆਂ ਸਨ ਤੇ ਭੁਆਟਣੀਆਂ ਲੈਂਦੀਆਂ ਸਨ ਤੇ ਗਾ ਕੇ ਭਾਰੀ ਖੁਸ਼ੀ ਮਨਾ ਰਹੀਆਂ ਸਨ। ਕਦੇ ਬ੍ਰਹਮਪੁੱਤਰ ਦਰਿਆ ਦੇ ਉਰਲੇ ਪਾਸੇ ਆ ਜਾਂਦੀਆਂ ਸਨ, ਕਦੀ ਦੌੜ ਕੇ ਪਾਰਲੇ ਕਿਨਾਰੇ 'ਤੇ ਚਲੀਆਂ ਜਾਂਦੀਆਂ ਸਨ। ਕਈਆਂ ਦੇ ਸਿਰ ਦੇ ਵਾਲ ਖੁੱਲ੍ਹੇ ਸਨ, ਕਈ ਮਹਾਨ ਬਿਰਧ ਸਨ ਅਤੇ ਉਹਨਾਂ ਦਾ ਵਿਕਰਾਲ ਰੂਪ ਸੀ। ਕਈ ਜਵਾਨ ਵੀ ਸਨ ਜਿਨ੍ਹਾਂ ਨੇ ਬਹੁਤ ਹਾਰ ਸ਼ਿੰਗਾਰ ਕੀਤਾ ਹੋਇਆ ਸੀ। ਕਈ ਮੂੰਹ ਵਿੱਚੋਂ ਅੱਗ ਕੱਢਦੀਆਂ ਸਨ। ਸੈਨਾ ਦੇ ਉੱਪਰ ਦੀ ਫਿਰ ਗਈਆਂ, ਇਹਨਾਂ ਨੂੰ ਖਾ ਲਵੋ ਪੁਕਾਰਦੀਆਂ ਸਨ। ਇਸ ਪ੍ਰਕਾਰ ਜਦ ਵੇਖਿਆ ਤਾਂ ਰਾਜਾ ਬਿਸ਼ਨ ਸਿੰਘ ਬਹੁਤ ਹੈਰਾਨ ਹੋਇਆ। ਇਹਨਾਂ ਉੱਤੇ ਸਾਡਾ ਕੋਈ ਵੀ ਯਤਨ ਨਹੀਂ ਚੱਲਦਾ ਹੈ, ਮੰਤਰਾਂ ਦੇ ਬਲ ਨਾਲ ਮਾਰ ਦੇਣਗੀਆਂ। ਰਾਜਾ ਮਾਨ ਸਿੰਘ ਮੇਰਾ ਦਾਦਾ ਸੀ, ਇਸ ਤਰ੍ਹਾਂ ਹੀ ਉਸ ਨੂੰ ਪਰਲੋਕ ਵਿੱਚ ਭੇਜ ਦਿੱਤਾ ਸੀ। ਇਸ ਤਰ੍ਹਾਂ ਜਿੱਤ ਕਿਵੇਂ ਪ੍ਰਾਪਤ ਕਰਾਂਗੇ? ਇੱਕੋ ਹੀ ਯਤਨ ਹੈ ਕਿ ਗੁਰੂ ਜੀ ਦੀ ਸ਼ਰਨ ਪੈ ਜਾਵਾਂ। ਇਹ ਇਸਤਰੀਆਂ ਬਹੁਤ ਵਿਸ਼ੇਸ਼ ਕੌਤਕ ਵਿਖਾ ਰਹੀਆਂ ਹਨ। ਕਈ ਦਿਨ ਹੈਰਾਨ ਹੋ ਕੇ ਵੇਖਿਆ ਹੈ। ਤਦ ਰਾਜਾ ਘੋੜੇ 'ਤੇ ਚੜ੍ਹ ਗਿਆ ਤੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਚੱਲਿਆ। ਗੁਰੂ ਜੀ ਦਾ ਦਮਦਮਾ ਦੂਰ ਬਹੁਤ ਉੱਚੀ ਥਾਂ 'ਤੇ ਸੀ। ਉੱਥੇ ਪੂਰਨ ਗੁਰੂ ਜੀ ਨੇ ਉਤਾਰਾ ਕੀਤਾ ਸੀ। ਕਈ ਸੂਰਬੀਰ ਯੋਧੇ ਵੀ ਰਾਜੇ ਦੇ ਨਾਲ ਚੱਲ ਪਏ। ਰਾਜਾ ਬੜੀ ਚਿੰਤਾ ਵਿੱਚ ਡੁੱਬਾ ਹੋਇਆ ਆ ਰਿਹਾ ਸੀ। ਜਦ ਦਮਦਮੇ ਦੇ ਪਾਸ ਚੱਲ ਕੇ ਆਇਆ ਤਾਂ ਘੋੜੇ ਤੋਂ ਉਤਰ ਕੇ ਉਸਨੇ ਸਿਰ ਨਿਵਾਇਆ, ਪੈਦਲ ਹੀ ਉੱਪਰ ਵੱਲ ਚਲਾ ਗਿਆ ਜਿੱਥੇ ਸਤਿਗੁਰੂ ਜੀ ਬੈਠੇ ਦਿਖਾਈ ਦੇ ਰਹੇ ਸਨ। ਦੌੜ ਕੇ ਬੜਾ ਉਤਾਵਲਾ ਹੋ ਕੇ ਗੁਰੂ ਜੀ ਦੇ ਚਰਨੀ ਜਾ ਪਿਆ ਤੇ ਬੰਦਨਾ ਕਰਕੇ ਅੱਗੇ ਖੜਾ ਹੋ ਗਿਆ। ਗੁਰੂ ਜੀ ਨੇ ਤਲਵਾਰ ਢਾਲ ਪਹਿਨੀ ਹੋਈ ਸੀ, ਜਿਸ ਤਲਵਾਰ ਦੀ ਮੁੱਠੀ ਸੋਨੇ ਦੀ ਸੀ। ਹੀਰੇ ਜੜੇ ਕੜੇ ਹੱਥਾਂ ਵਿੱਚ ਪਾਏ ਹੋਏ ਹਨ। ਪੱਗ 'ਤੇ ਜਿਗਾ ਚਮਕਦੀ ਦਿਸਦੀ ਹੈ। ਉੱਚੀ ਕਲਗੀ ਸੀਸ ਤੋਂ ਸ਼ੋਭ ਰਹੀ ਹੈ। ਬਸਤਰ ਸ਼ਸਤਰ ਬਹੁਤ ਕੀਮਤੀ ਧਾਰਨ ਕੀਤੇ ਹੋਏ ਹਨ। ਰਾਜਾ ਗੁਰੂ ਜੀ ਦੇ ਸਾਹਮਣੇ ਜਾ ਕੇ ਬੈਠ ਗਿਆ। ਗੁਰੂ ਜੀ ਨੇ ਆਪਣੇ ਗਲ ਵਿੱਚ ਸਫੇਦ ਰੰਗ ਦਾ ਜਾਮਾ ਪਾਇਆ ਹੋਇਆ ਹੈ, ਜਿਹੜਾ ਬਹੁਤ ਸੂਖਮ ਹੈ ਤੇ ਸੁੰਦਰ ਸ਼ੋਭ ਰਿਹਾ ਹੈ। ਅੱਗੇ ਬਹੁਤ ਵੱਡਾ ਧਨੁਖ ਬਾਣ ਧਰਿਆ ਹੋਇਆ ਹੈ ਤੇ ਸੁੰਦਰ ਚੌਰ ਸਿਰ 'ਤੇ ਫਿਰ ਰਿਹਾ ਹੈ। ਗੁਰੂ ਜੀ ਦੇ ਰਸੀਲੇ ਨੈਣ ਕਿਰਪਾ ਨਾਲ ਭਰੇ ਹੋਏ ਹਨ। ਹਿਰਦੇ ਵਿੱਚ ਮਹਾਨ ਬ੍ਰਹਮ ਗਿਆਨ ਧਾਰਨ ਕੀਤਾ ਹੋਇਆ ਹੈ। ਜੋ ਵੀ ਸ਼ਰਨ ਵਿੱਚ ਆਉਂਦਾ ਹੈ ਉਸ 'ਤੇ ਸ਼ਰਧਾ ਧਾਰਨ ਕਰਦੇ ਹਨ ਤੇ ਉਸ ਨੂੰ ਦੋਵਾਂ ਲੋਕਾਂ ਦਾ ਸੁੱਖ ਦਿੰਦੇ ਹਨ। ਮੁਸਕਰਾ ਕੇ ਗੁਰੂ ਜੀ ਨੇ ਬਚਨ ਉਚਾਰੇ, ਹੇ ਬਿਸ਼ਨ ਸਿੰਘ, ਦੱਸੋ ਰਾਜੀ ਖੁਸ਼ੀ ਹੋ? ਰਾਜਾ ਹੱਥ ਜੋੜ ਕੇ ਬੋਲਿਆ, ਹੇ ਪ੍ਰਭੂ ਜੀ, ਸਭ ਸੁੱਖ ਹੈ, ਤੁਹਾਡੀ ਕਿਰਪਾ ਹੈ। ਕਾਮਰੂਪ ਦੇਸ਼ ਵਿਕਰਾਲ ਮੰਤਰਾਂ ਦਾ ਭਰਿਆ ਹੈ। ਵੇਖ ਵੇਖ ਕੇ ਮਨ ਬਹੁਤ ਹੈਰਾਨ ਹੁੰਦਾ ਹੈ। ਬਹੁਤ ਇਸਤਰੀਆਂ ਸੈਨਾ ਦੇ ਪਾਸ ਆਉਂਦੀਆਂ ਹਨ ਤੇ ਟੂਣੇ ਕਰਕੇ ਸੂਰਮਿਆਂ ਨੂੰ ਡਰਾਉਂਦੀਆਂ ਹਨ। ਸਾਰੇ ਸੂਰਮਿਆਂ ਦਾ ਧੀਰਜ ਜਾਂਦਾ ਰਿਹਾ ਹੈ। ਉਹਨਾਂ ਜਾਦੂਗਰਨੀਆਂ ਉੱਤੇ ਕੋਈ ਵੀ ਉਪਚਾਰ ਨਹੀਂ ਚੱਲਦਾ। ਜਿਹੜੀਆਂ ਤੋਪਾਂ ਬੰਦੂਕਾਂ ਉਹਨਾਂ ਵੱਲ ਚਲਾਉਂਦੇ ਹਾਂ, ਉਹ ਵਾਪਸ ਆ ਕੇ ਸਾਡੇ ਸੂਰਮਿਆਂ ਨੂੰ ਘਾਇਲ ਕਰ ਦਿੰਦੀਆਂ ਹਨ। ਬ੍ਰਿਛਾਂ ਨੂੰ ਉਡਾਉਂਦੀਆਂ ਹਨ, ਕੰਧਾਂ ਨੂੰ ਭਜਾਉਂਦੀਆਂ ਹਨ ਤੇ ਮੁੱਖ ਵਿੱਚੋਂ ਅੱਗ ਦੀ ਲਾਟ ਕੱਢਦੀਆਂ ਹਨ। ਫੜੀਆਂ ਨਹੀਂ ਜਾਂਦੀਆਂ, ਨੇੜੇ ਨਹੀਂ ਆਉਂਦੀਆਂ ਤੇ ਸੈਨਾ ਦੇ ਉੱਪਰ ਦੀ ਫਿਰ ਜਾਂਦੀਆਂ ਹਨ। ਸਭ ਯੋਧੇ ਬਹੁਤ ਹੈਰਾਨ ਹੋਏ ਹਨ, ਡਰਦੇ ਰਹਿੰਦੇ ਹਨ। ਕੁਝ ਵੀ ਵਸ ਨਹੀਂ ਚੱਲਦਾ ਹੈ।
ਮੈਂ ਤੁਹਾਡੇ 'ਤੇ ਵਿਸ਼ਵਾਸ ਕਰਕੇ ਤੁਹਾਡੇ ਚਰਨਾਂ ਦੀ ਆਸ ਧਾਰ ਕੇ ਆਇਆ ਹਾਂ। ਨਹੀਂ ਤਾਂ ਮੈਥੋਂ ਇਹ ਕਿਵੇਂ ਬਣ ਆਵੇਗੀ ਜਿੱਥੇ ਮਾਨ ਸਿੰਘ ਵਰਗੇ ਸੂਰਮੇ ਮਰ ਜਾਂਦੇ ਹਨ। ਹੁਣ ਕੈਸਾ ਕਾਰਜ ਕਰਨਾ ਬਣਦਾ ਹੈ, ਆਪ ਜੀ ਦੇ ਪਾਸ ਪੁੱਛਣ ਵਾਸਤੇ ਆਇਆ ਹਾਂ। ਇੱਧਰ ਆਏ ਨੂੰ ਬਹੁਤ ਸਮਾਂ ਬੀਤ ਗਿਆ ਹੈ। ਬ੍ਰਹਮਪੁੱਤਰ ਦੇ ਕਿਨਾਰੇ 'ਤੇ ਡੇਰਾ ਲਾਇਆ ਹੈ, ਉਹਨਾਂ ਉੱਤੇ ਕੋਈ ਵੀ ਜ਼ੋਰ ਨਹੀਂ ਪਿਆ ਹੈ। ਹੇ ਪ੍ਰਭੂ ਜੀ, ਕਿਵੇਂ ਆ ਕੇ ਉਹ ਮਿਲਣਗੇ? ਦਿਨ ਰਾਤ ਇਹ ਚਿੰਤਾ ਮੇਰੇ ਚਿੱਤ ਵਿੱਚ ਰਹਿੰਦੀ ਹੈ, ਕਿਵੇਂ ਇਸ ਦੇਸ਼ ਨੂੰ ਜਿੱਤਾਂ। ਕੋਈ ਵੀ ਉਪਾਅ ਦਿਖਾਈ ਨਹੀਂ ਦਿੰਦਾ ਹੈ। ਇੱਕ ਯਤਨ ਮੈਂ ਦ੍ਰਿੜ ਕਰ ਰੱਖਿਆ ਹੈ, ਆਪ ਜੀ ਦੇ ਚਰਨਾਂ ਦੀ ਸ਼ਰਨ ਦੀ ਅਭਿਲਾਸ਼ਾ ਰੱਖਦਾ ਹਾਂ। ਬਾਂਹ ਫੜੀ ਦੀ ਲਾਜ ਵਿਚਾਰੋ ਅਤੇ ਚਿੰਤਾ ਦੇ ਸਾਗਰ ਤੋਂ ਪਾਰ ਉਤਾਰਾ ਕਰੋ। ਸਤਿਗੁਰੂ ਜੀ ਨੇ ਰਾਜੇ ਪਾਸੋਂ ਕਾਇਰਤਾ ਭਰੇ ਸ਼ਬਦ ਸੁਣ ਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਸ ਨੂੰ ਧੀਰਜ ਦਿੱਤਾ। ਬਿਸ਼ਨ ਸਿੰਘ ਪਾਸੋਂ ਸੁਣ ਕੇ ਗੁਰੂ ਜੀ ਨੇ ਮੁਖ ਤੋਂ ਫਰਮਾਇਆ, ਚਿੱਤ ਵਿੱਚ ਕੋਈ ਚਿੰਤਾ ਨਾ ਕਰੋ, ਪ੍ਰਭੂ ਜੀ ਸਹਾਇਕ ਬਣਨਗੇ। ਮਾਨ ਸਿੰਘ ਤੋਂ ਜੋ ਬਣ ਨਹੀਂ ਆਇਆ ਹੈ, ਜੋ ਤੂੰ ਦੱਸਦਾ ਹੈ ਕਿ ਮਹਾਨ ਕਠਿਨ ਹੈ, ਉਹ ਕਾਰਜ ਤੂੰ ਚੰਗੀ ਤਰ੍ਹਾਂ ਸਿਰੇ ਚਾੜ ਲਵੇਂਗਾ। ਕਾਮਰੂਪ ਨੂੰ ਤੂੰ ਜ਼ਰੂਰ ਜਿੱਤ ਲਵੇਂਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੱਡਾ ਪ੍ਰਤਾਪ ਹੈ, ਇਸ ਕਰਕੇ ਤੂੰ ਬਹੁਤ ਵੱਡਾ ਜਸ ਪ੍ਰਾਪਤ ਕਰੇਂਗਾ। ਸੁੱਖ ਸਹਿਤ ਤੂੰ ਆਪਣੇ ਘਰ ਵਿੱਚ ਜਾ ਕੇ ਸਭ ਨੂੰ ਮਿਲ ਲਵੇਂਗਾ। ਕੁਝ ਹੀ ਦਿਨਾਂ ਵਿੱਚ ਫਿਰ ਚਲੇ ਜਾਵਾਂਗੇ। ਹੁਣ ਜੇ ਇਹ ਟੂਣੇਹਾਰ ਇਸਤਰੀਆਂ ਜਦ ਸਾਰੀਆਂ ਲਸ਼ਕਰ ਵਾਲੇ ਪਾਸ ਆਉਣ ਤਾਂ ਤੁਰੰਤ ਮੇਰੇ ਪਾਸ ਖਬਰ ਪਹੁੰਚਾਓ ਅਤੇ ਤੁਰੰਤ ਸਵਾਰਾਂ ਨੂੰ ਘੋੜਿਆਂ 'ਤੇ ਚੜ੍ਹਾਓ। ਅਸੀਂ ਵੇਖਾਂਗੇ ਫਿਰ ਉਹਨਾਂ ਦੀ ਸ਼ਕਤੀ ਨਹੀਂ ਰਹੇਗੀ ਅਤੇ ਸ਼ਕਤੀਹੀਨ ਹੋ ਕੇ ਉਸੇ ਸਥਾਨ 'ਤੇ ਬਹਿ ਜਾਣਗੀਆਂ। ਹਿਰਦੇ ਵਿੱਚ ਕਦੀ ਵੀ ਸ਼ੰਕਾ ਨਾ ਕਰੋ, ਸਦਾ ਹੀ ਪੂਰਨ ਆਨੰਦ ਧਾਰ ਕੇ ਰੱਖੋ। ਇਹ ਸੁਣ ਕੇ ਉਸ ਨੂੰ ਸਤਿਗੁਰੂ ਜੀ ਦੇ ਬਚਨ ਬਹੁਤ ਚੰਗੇ ਲੱਗੇ, ਮਾਨੋ ਦਰਿਆ ਵਿੱਚ ਰੁੜਦੇ ਜਾਂਦੇ ਨੂੰ ਬੇੜੀ ਮਿਲ ਗਈ ਹੋਵੇ। ਰਾਜਾ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਇਆ। ਜੱਗ ਵਿੱਚ ਮੇਰਾ ਐਸਾ ਸ੍ਰੇਸ਼ਟ ਜਸ ਹੋਵੇਗਾ, ਰਾਜੇ ਮਾਨ ਸਿੰਘ ਨੇ ਵੀ ਜਿਹੜਾ ਨਹੀਂ ਪਾਇਆ ਸੀ। ਉਸਨੇ ਹੱਥ ਜੋੜ ਕੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਆਗਿਆ ਪਾ ਕੇ ਉਸੇ ਸਮੇਂ ਚਲਾ ਗਿਆ। ਇਸ ਤਰ੍ਹਾਂ ਰਾਜੇ ਨੇ ਤਕੜਾਈ ਕਰ ਦਿੱਤੀ। ਇੱਕ ਰਾਤ ਜਦ ਬੀਤ ਗਈ, ਸਵੇਰ ਹੋਈ ਤਾਂ ਸਾਰੇ ਸੂਰਬੀਰ ਜਾਗ ਪਏ। ਸਾਰੇ ਉਹਨਾਂ ਇਸਤਰੀਆਂ ਨੂੰ ਲੱਭਣ ਲੱਗੇ, ਜਿਸ ਪਾਸੇ ਤੋਂ ਆਉਂਦੀਆਂ ਸਨ ਉਸ ਪਾਸੇ ਵੇਖਣ ਲੱਗੇ। ਸੁਚੇਤ ਹੋਏ ਆਪਸ ਵਿੱਚ ਗੱਲਾਂ ਕਰਦੇ ਸਨ, ਹੁਣ ਉਹਨਾਂ ਇਸਤਰੀਆਂ ਨੂੰ ਫੜ ਲਵਾਂਗੇ ਜਿਹੜੀਆਂ ਅਨੇਕ ਰੀਤੀਆਂ ਨਾਲ ਟੂਣੇ ਕਰਦੀਆਂ ਹਨ। ਇੰਨੇ ਵਿੱਚ ਇੱਕ ਧੋਬਣ ਆਈ। ਉਹ ਬ੍ਰਿਛ 'ਤੇ ਚੜ੍ਹੀ ਸੀ ਅਤੇ ਸਰੀਰ ਉਸਦਾ ਜਵਾਨ ਸੀ। ਤੁਰੰਤ ਇੱਕ ਸਵਾਰ ਨੂੰ ਗੁਰੂ ਜੀ ਦੇ ਪਾਸ ਭੇਜਿਆ। ਉਹ ਘੋੜਾ ਭਜਾ ਕੇ ਬੜੀ ਤੇਜ਼ੀ ਨਾਲ ਗਿਆ ਅਤੇ ਜਾ ਕੇ ਸਤਿਗੁਰੂ ਜੀ ਨੂੰ ਖਬਰ ਦੇ ਦਿੱਤੀ। ਸਤਿਗੁਰੂ ਜੀ, ਇਸਤਰੀ ਨੂੰ ਵੇਖੋ ਜੋ ਆਈ ਹੈ। ਗੁਰੂ ਜੀ ਬੰਗਲੇ ਤੋਂ ਬਾਹਰ ਨਿਕਲੇ ਅਤੇ ਅੰਤਰਜਾਮੀ ਗੁਰੂ ਜੀ ਨੇ ਉਸ ਪਾਸੇ ਵੇਖਿਆ। ਜਦ ਉਸ ਉੱਤੇ ਸਤਿਗੁਰੂ ਜੀ ਦੀ ਨਜ਼ਰ ਪਈ ਤਾਂ ਉਸ ਇਸਤਰੀ ਦੀ ਸਾਰੀ ਮੰਤਰ ਸ਼ਕਤੀ ਜਾਂਦੀ ਰਹੀ। ਦਰਖਤ ਉਸ ਥਾਂ ਖੜਾ ਹੋ ਗਿਆ ਅਤੇ ਸ਼ਕਤੀ ਰਹਿਤ ਹੋਣ ਕਰਕੇ ਉਸ ਪਾਸੋਂ ਉੱਡਿਆ ਨਾ ਗਿਆ। ਮੁਖ ਤੋਂ ਮੰਤਰ ਉਚਾਰਨ ਕਰਦੀ ਹਾਰ ਗਈ। ਕੁਝ ਵੀ ਨਹੀਂ ਸੀ ਹੁੰਦਾ। ਦਿਲ ਵਿੱਚ ਬੜਾ ਡਰ ਧਾਰਨ ਕੀਤਾ। ਪਾਗਲ ਹੋਈ ਇੱਧਰ ਉੱਧਰ ਵੇਖਦੀ ਸੀ। ਬ੍ਰਿਛ ਉਸ ਸਥਾਨ ਤੋਂ ਹਿੱਲਿਆ ਨਹੀਂ। ਮਹਾਸਿੱਧ ਭਾਵ ਗੁਰੂ ਜੀ ਦੀ ਉਸ 'ਤੇ ਨਜ਼ਰ ਪਈ ਹੈ, ਜਿਸ ਕਾਰਨ ਮੰਤਰਾਂ ਦੀ ਸ਼ਕਤੀ ਦੂਰ ਕਰ ਦਿੱਤੀ ਹੈ। ਬਹੁਤ ਲੋਕਾਂ ਨੇ ਫਿਰ ਦੌੜ ਕੇ ਫੜ ਲਈ ਅਤੇ ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾ ਲਿਆ। ਜਦ ਫੜ ਕੇ ਲੈ ਆਏ ਤਾਂ ਉਹ ਦਿਲ ਵਿੱਚ ਬਹੁਤ ਡਰ ਗਈ, ਪਰ ਗੁਰੂ ਜੀ ਦਾ ਸਰੂਪ ਵੇਖ ਕੇ ਉਹਨਾਂ ਦੇ ਚਰਨੀ ਪੈ ਗਈ। ਕਹਿਣ ਲੱਗੀ, ਆਪ ਜੀ ਦਾ ਮਹਾਨ ਪ੍ਰਤਾਪ ਹੈ, ਜਿਸ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਮੈਂ ਵੇਖ ਕੇ ਤੁਹਾਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਮੈਂ ਤੁਹਾਨੂੰ ਵਿਸ਼ਨੂੰ ਦੇ ਅਵਤਾਰ ਪਛਾਣਿਆ ਹੈ। ਹੋਰ ਕਿਸੇ ਵਿੱਚ ਅਜਿਹੀ ਸ਼ਕਤੀ ਨਹੀਂ ਹੁੰਦੀ ਹੈ ਜਿਹੜੇ ਸਾਨੂੰ ਵੇਖ ਕੇ ਹੀ ਹਰਾ ਦੇਣ। ਤੁਸੀਂ ਸਾਰੇ ਜਗਤ ਦੇ ਸੁਆਮੀ ਹੋ, ਕਾਰਨ ਕਰਨ ਸਭ ਦਾ ਨਿਰਵਾਹ ਕਰਦੇ ਹੋ। ਤੁਸੀਂ ਤੁਰਕ ਬਾਦਸ਼ਾਹ ਦੇ ਕਿਵੇਂ ਸਹਾਇਕ ਬਣੇ ਹੋ ਅਤੇ ਇਸ ਰਾਜੇ ਉੱਤੇ ਚੜ੍ਹ ਕੇ ਆਏ ਹੋ। ਤੁਸੀਂ ਹਿੰਦੂਆਂ ਦੀ ਰੱਖਿਆ ਦੇ ਯੋਗ ਹੋ। ਆਪ ਜੀ ਦੇ ਲੋਕ ਆਪ ਜੀ ਦੇ ਆਸਰੇ ਹਨ। ਧੋਬਣ ਇਸਤਰੀ ਦੀ ਚਤੁਰਾਈ ਸੁਣ ਕੇ ਮਾਲਕ ਗੁਰੂ ਜੀ ਆਪਣੇ ਮੁਖ ਤੋਂ ਮੁਸਕਰਾਏ ਅਤੇ ਉਸ ਨੂੰ ਸਭ ਤੋਂ ਵੱਖਰੀ ਕਰਕੇ ਕਿਹਾ, ਤੇਰੇ ਰਾਜੇ ਨੂੰ ਬੁਲਾ ਲਵਾਂਗੇ। ਇਸ ਰਾਜੇ ਨਾਲ ਉਸ ਨੂੰ ਮਿਲਾ ਦਿਆਂਗੇ। ਦੋਵਾਂ ਦੇ ਵੈਰ ਨੂੰ ਖਤਮ ਕਰਾਂਗੇ। ਅਸੀਂ ਦੋਵਾਂ ਨੂੰ ਬਰਾਬਰ ਰੱਖਾਂਗੇ, ਉਸ ਨੂੰ ਮਾਰਾਂਗੇ ਨਹੀਂ। ਅਸੀਂ ਆਪਣੇ ਸੇਵਕਾਂ ਦੇ ਕਾਰਜ ਸਵਾਰਦੇ ਹਾਂ। ਹੇ ਜੋਬਨ ਸਹਿਤ ਧੋਬਨ, ਸੁਣੋ, ਜਿੱਥੇ ਤੇਰਾ ਬ੍ਰਿਛ ਹੈ ਇਸ ਦੇ ਥੱਲੇ ਬੈਠੀ ਰਹੋ। ਸਾਰੇ ਪਰਿਵਾਰ ਨੂੰ ਬੁਲਾ ਲਓ ਅਤੇ ਇੱਥੇ ਆਪਣਾ ਘਰ ਬਣਾ ਕੇ ਵਸੋ। ਹੋਰ ਲੋਕ ਵੀ ਇਕੱਠੇ ਹੋ ਕੇ ਇੱਥੇ ਵਸਣਗੇ ਅਤੇ ਤੇਰੇ ਨਾਮ ਉੱਤੇ ਇੱਥੇ ਨਗਰ ਵਸਾਉਣਗੇ। ਜਗਤ ਵਿੱਚ
ਤੇਰੀ ਬਹੁਤ ਕੀਰਤੀ ਰਹੇਗੀ ਜਦ ਤੱਕ ਇਹ ਨਗਰ ਇਸ ਸਥਾਨ 'ਤੇ ਵਸਦਾ ਰਹੇਗਾ। ਅਸੀਂ ਇੱਥੇ ਵਸਾ ਕੇ ਹੋਰ ਥਾਂ ਚਲੇ ਜਾਵਾਂਗੇ, ਤਦ ਤੱਕ ਬ੍ਰਿਛ ਵਾਲੀ ਥਾਂ 'ਤੇ ਬੈਠੋ। ਗੁਰੂ ਜੀ ਦਾ ਇਸ ਤਰ੍ਹਾਂ ਦਾ ਬਚਨ ਸੁਣ ਕੇ ਧੋਬਣ ਨੇ ਉਸ ਦਰਖਤ ਦੇ ਥੱਲੇ ਆਪਣਾ ਡੇਰਾ ਜਾ ਲਾਇਆ। ਉਸ ਪਿੱਛੋਂ ਜਿੰਨੀਆਂ ਵੀ ਇਸਤਰੀਆਂ ਆਈਆਂ ਉਹ ਧੋਬਣ ਫੜੀ ਵੇਖ ਕੇ ਭੱਜ ਗਈਆਂ। ਵਾਪਸ ਮੁੜ ਕੇ ਫਿਰ ਪਿੱਛੇ ਵੱਲ ਨਾ ਵੇਖਿਆ, ਸਾਨੂੰ ਵੀ ਫੜ ਲੈਣਗੇ, ਬਹੁਤ ਡਰ ਗਈਆਂ। ਬੜੀ ਤੇਜ਼ੀ ਨਾਲ ਨਗਰ ਵਿੱਚ ਦਾਖਲ ਹੋਈਆਂ ਅਤੇ ਉਹਨਾਂ ਨੇ ਰਾਜੇ ਨੂੰ ਸਾਰੀ ਖਬਰ ਦਿੱਤੀ। ਨਿੱਤ ਅਸੀਂ ਜਾ ਕੇ ਸਾਰਿਆਂ ਨੂੰ ਛੁਡਾਉਂਦੀਆਂ ਸੀ, ਆਕਾਸ਼ ਦਾ ਰਾਹ ਪਾ ਕੇ ਉੱਪਰ ਫਿਰਦੀਆਂ ਸੀ। ਧੋਬਣ ਸਾਥੋਂ ਅੱਗੇ ਗਈ ਸੀ। ਉੱਥੇ ਕੋਈ ਭਾਰੀ ਸਿੱਧ ਪੁਰਖ ਸੁਣਿਆ ਜਾਂਦਾ ਹੈ, ਉਸਨੇ ਸਾਰੀ ਸ਼ਕਤੀ ਦੂਰ ਕਰਕੇ ਫੜ ਲਈ ਹੈ। ਜਿਸ ਬ੍ਰਿਛ ਦੇ ਉੱਪਰ ਚੜ੍ਹ ਕੇ ਧੋਬਣ ਆਕਾਸ਼ ਵਿੱਚ ਫਿਰਦੀ ਸੀ, ਹੁਣ ਤਾਂ ਕੋਈ ਵੀ ਅੱਗੇ ਨਹੀਂ ਜਾਵੇਗਾ। ਜਿਹੜਾ ਵੀ ਜਾਵੇਗਾ ਆਪਣੇ ਆਪ ਨੂੰ ਫੜਵਾਵੇਗਾ। ਕੋਈ ਹੋਰ ਯਤਨ ਬਣਾ ਕੇ ਕਰੋ, ਨਹੀਂ ਤਾਂ ਆਪ ਹਾਰ ਜਾਓਗੇ। ਇਹ ਸੁਣ ਕੇ ਰਾਜੇ ਨੇ ਮਨ ਵਿੱਚ ਵਿਚਾਰ ਕੀਤੀ। ਉਸਦੇ ਅੱਗੇ ਮੈਂ ਬਹੁਤ ਮੰਤਰ ਕੀਤੇ ਹਨ, ਰਾਜੇ ਨੂੰ ਮਾਰਨ ਵਾਸਤੇ ਬਹੁਤ ਪ੍ਰੇਰਿਆ ਹੈ, ਪਰ ਫਿਰ ਵੀ ਮੇਰਾ ਕਾਰਜ ਨਹੀਂ ਸਰਿਆ ਹੈ। ਮਹਾਂਪੁਰਖ ਉਹਨਾਂ ਦੀ ਸਹਾਇਤਾ ਕਰਦੇ ਹਨ ਅਤੇ ਮੰਤਰ ਸ਼ਕਤੀ ਪਹੁੰਚ ਨਹੀਂ ਸਕਦੀ ਹੈ। ਜਿਹੜੀ ਸ਼ਕਤੀ ਸੁਮੇਰ ਪਰਬਤ ਨੂੰ ਉਡਾ ਸਕਦੀ ਹੈ, ਅਚਲ ਨੂੰ ਚਲਾ ਦਿੰਦੀ ਹੈ ਅਤੇ ਚਲਦੇ ਨੂੰ ਖੜਾ ਕਰ ਦਿੰਦੀ ਹੈ। ਜਲ ਦੇ ਪ੍ਰਵਾਹ ਨੂੰ ਰੋਕ ਕੇ ਰੱਖ ਲੈਂਦੇ ਹਾਂ। ਉਸ ਸ਼ਕਤੀ ਦੇ ਅੱਗੇ ਵਿਚਾਰੇ ਲੋਕ ਕੀ ਹਨ। ਸੈਨਾ ਰਹਿਤ ਰਾਜੇ ਨੂੰ ਮਾਰ ਸਕਦੇ ਹਾਂ, ਯਤਨਾਂ ਸਮੇਤ ਵੀ ਬਚ ਨਹੀਂ ਪਾਉਂਦੇ ਹਨ। ਪਰ ਇੱਕ ਵਾਰ ਇਹ ਸਾਰੇ ਨਿਸ਼ਫਲ ਹੋ ਗਏ ਹਨ, ਇਸ ਕਰਕੇ ਇਹ ਕੋਈ ਵੱਡੇ ਸਿੱਧ ਪੁਰਖ ਦਿਖਾਈ ਦਿੰਦੇ ਹਨ। ਹੁਣ ਕੇਵਲ ਕਾਮਾਖਿਆ ਦੇਵੀ ਹੀ ਸਹਾਇਤਾ ਕਰ ਸਕਦੀ ਹੈ। ਹੋਰ ਉਪਾਅ ਕਰਦੇ ਹਾਰ ਗਏ ਹਾਂ। ਉਹ ਦੇਵੀ ਸਦਾ ਸਾਨੂੰ ਵਿਘਨਾਂ ਤੋਂ ਬਚਾਉਂਦੀ ਹੈ। ਜਿਹੜਾ ਵੀ ਕਦੀ ਚੜ੍ਹ ਕੇ ਆਉਂਦਾ ਹੈ, ਉਹ ਕਦੀ ਵੀ ਨਹੀਂ ਜਿੱਤਿਆ ਹੈ। ਧਰਮ ਦੇ ਵਾਸਤੇ ਸਦਾ ਸਾਡੀ ਸਹਾਇਕ ਬਣਦੀ ਹੈ, ਆਪਣੇ ਦਾਸਾਂ ਦੀ ਲਾਜ ਅਤੇ ਵਡਿਆਈ ਰੱਖਦੀ ਹੈ। ਇਸ ਤਰ੍ਹਾਂ ਚਿੰਤਾ ਕਰਕੇ ਅਸਾਮ ਦੇ ਰਾਜੇ ਨੇ ਬਹੁਤ ਹੋਮ ਸਮੱਗਰੀ ਲਈ ਮੰਤਰਾਂ ਵਿੱਚ ਨਿਪੁੰਨ ਸਾਰੇ ਮਨੁੱਖ ਬੁਲਾਏ ਅਤੇ ਦੇਵੀ ਦੇ ਮੰਦਰ ਵਿੱਚ ਚੱਲ ਕੇ ਆ ਗਏ। ਇਸ਼ਨਾਨ ਆਦਿ ਕਰਕੇ ਪਵਿੱਤਰ ਹੋ ਕੇ ਆਰਾਧਨਾ ਕਰਨ ਲੱਗੇ। ਅੱਗ ਦੇ ਵਿੱਚ ਧਨ ਪਾ ਕੇ ਕਾਮਾਖਿਆ ਦੇਵੀ ਨੂੰ ਬੁਲਾਇਆ। ਮਨ ਨੂੰ ਲੁਭਾਉਣ ਵਾਲੀ ਦੇਵੀ ਬ੍ਰਾਹਮਣ ਦੇ ਮੁਖ ਦੁਆਰਾ ਬੋਲੀ, ਹੇ ਰਾਜੇ, ਕੋਈ ਚਿੰਤਾ ਨਾ ਕਰੋ, ਤੈਨੂੰ ਕੋਈ ਦੁੱਖ ਨਹੀਂ ਹੋਵੇਗਾ ਜੇ ਧੀਰਜ ਧਾਰਨ ਕਰੋਗੇ। ਰਾਜ ਸਹਿਤ ਤੂੰ ਆਨੰਦ ਕੁਸ਼ਲ ਰਹੇਗਾ, ਵੈਰੀ ਤੋਂ ਨਹੀਂ ਹਾਰੇਗਾ। ਉੱਤਮ ਪੁਰਖ ਜਿਵੇਂ ਤੁਹਾਨੂੰ ਕਹਿੰਦੇ ਹਨ, ਉਹਨਾਂ ਦੀ ਆਗਿਆ ਅਨੁਸਾਰ ਰਹੋ ਅਤੇ ਜਿਸ ਤਰ੍ਹਾਂ ਉਹ ਕਹਿਣ ਮੰਨ ਜਾਓ। ਇਹ ਕਹਿ ਕੇ ਜਗਤ ਦੀ ਰਾਣੀ ਚੁੱਪ ਹੋ ਗਈ। ਵਜ਼ੀਰਾਂ ਸਮੇਤ ਰਾਜੇ ਨੇ ਆਗਿਆ ਮੰਨ ਲਈ। ਬੰਦਨਾ ਕਰਕੇ ਆਪਣੇ ਘਰ ਨੂੰ ਚਲੇ ਗਏ। ਚਿੱਤ ਵਿੱਚ ਸੋਚਦੇ ਸਨ ਕਿ ਕੈਸਾ ਹੋ ਜਾਏਗਾ। ਹੁਣ ਸਾਡੇ ਪਾਸੋਂ ਕੀ ਉਪਾਅ ਹੋਵੇ ਜਿਸ ਕਰਕੇ ਵੈਰੀ ਦਾ ਡਰ ਗਵਾਈਏ। ਆਪਣੀ ਸ਼ਕਤੀ ਨਾਲ ਜੰਤਰ ਮੰਤਰ ਕਰਕੇ ਹਾਰ ਗਏ ਹਾਂ। ਉਹਨਾਂ ਨਾਲ ਕੋਈ ਵੀ ਕਾਰਜ ਨਹੀਂ ਸਰਿਆ ਹੈ। ਹੁਣ ਯੁੱਧ ਕਰਨਾ ਹੀ ਬਣਦਾ ਹੈ। ਸ਼੍ਰੀ ਕਾਮਾਖਿਆ ਦੇਵੀ ਦੀ ਜੈ ਕਰਵਾਈਏ। ਵਜ਼ੀਰਾਂ ਨਾਲ ਇਸ ਤਰ੍ਹਾਂ ਸਲਾਹ ਕਰਕੇ ਰਾਜਾ ਜੰਗ ਕਰਨ ਵਾਸਤੇ ਸੁਚੇਤ ਹੋ ਗਿਆ। ਯੁੱਧ ਸਮੱਗਰੀ ਬਹੁਤ ਵਰਤਾਈ ਅਤੇ ਸਾਰੇ ਸੂਰਬੀਰ ਇੱਕ ਥਾਂ ਇਕੱਠੇ ਕੀਤੇ। ਤੋਪਾਂ ਬੰਦੂਕਾਂ ਨੂੰ ਸ਼ੁੱਧ ਕਰਕੇ ਸਾਰੀ ਸੈਨਾ ਵੱਡਾ ਯੁੱਧ ਕਰਨ ਵਾਸਤੇ ਭੇਜੀ। ਅਸੀਂ ਕੁਝ ਦਿਨ ਬਾਅਦ ਵਿੱਚ ਚੜ੍ਹਾਈ ਕਰਾਂਗੇ। ਭਾਰੀ ਸੂਰਬੀਰਾਂ ਦਾ ਯੁੱਧ ਕਰਵਾ ਕੇ ਵੇਖੀਏ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 8ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।